परम अर्थ दे खोजी परमार्थ पांदे ਜਿਹੜੇ ਹਨ। ਅਜੋਕੇ ਸਮੇਂ 'ਚ ਉਹਨਾਂ ਵਾਸਤੇ ਇੱਕ ਹੋਰ ਸਮੱਸਿਆ ਹੈ ਜਿਹੜੀ ਬੜੀ ਗੰਭੀਰ ਹੈ ਤੇ ਬਹੁਤੇ ਪਰਮਾਰਥ ਪਾਂਦੇ ਇਸੇ ਸਮੱਸਿਆ ਦੇ ਵਿੱਚ ਹੀ ਫਸ ਰਹੇ ਹਨ। ਤੇ ਬਹੁਤੇ ਉਲਝ ਰਹੇ ਹਨ। ਪੁਰਾਣੇ ਸਮਿਆਂ 'ਚ ਇਹ ਸਮੱਸਿਆ ਨਹੀਂ ਸੀ। ਇਹੋ ਹੀ ਅਕਸਰ ਮੈਂ ਕਹਿੰਦਾ ਹਨ ਕਿ ਪੁਰਾਣੇ ਸਮਿਆਂ 'ਚ ਕਈ ਸਮੱਸਿਆਵਾਂ ਨਹੀਂ ਸਨ, ਉਹ ਹੁਣ ਜ਼ਿਆਦਾ ਪੈਦਾ ਹੋ ਗਈਆਂ ਹਨ। ਉਦੋਂ ਘੱਟ ਸਨ, ਹੁਣ ਵੱਧ ਗਈਆਂ ਹਨ। ਕਈ ਨਵੀਆਂ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ ਤਾਂ ਉਹਨਾਂ ਤੋਂ ਜਾਣੂ ਕੌਣ ਕਰਾਏਗਾ? ਅਗਰ ਤੁਸੀਂ ਪਿਛਲਿਆਂ ਦੇ ਨਾਲ ਜੁੜੇ ਹੋਏ ਹੋ ਤਾਂ ਜਾਣੂ ਕਰਾ ਨਹੀਂ ਸਕਦੇ। ਤੁਹਾਡੇ ਸਾਹਮਣੇ ਹੋਵੇਗਾ ਜਿਹੜਾ ਉਹ ਜਾਣੂ ਕਰਾਵੇਗਾ ਨਾ ਵੀ ਇਹ ਸਮੱਸਿਆ ਆ ਰਹੀ ਹੈ ਤੇ ਤੂੰ ਬਚ ਕੇ ਰਹੋ, ਇੱਥੇ ਭਟਕ ਜਾਓਗੇ। ਤੇ ਉਹ ਜਾਣੂ ਕਰਾ ਸਕਦਾ ਹੈ ਜਿਹੜਾ ਇਹ ਸਮੇਂ ਦੇ ਵਿੱਚ ਮੌਜੂਦ ਹੈ। ਤੇ ਸਮੱਸਿਆ ਇਹ ਹੈ ਵੀ ਅਜੋਕੇ ਸਮੇਂ 'ਚ ਰਿਕਾਰਡਿੰਗਾਂ ਤੁਸੀਂ ਸੁਣ ਸਕਦੇ ਹੋ ਸੋਸ਼ਲ ਮੀਡੀਆ ਦੇ ਰਾਹੀਂ। ਤੇ ਹਰ ਧਰਮ ਦੇ ਲੋਕ, ਹਰ ਧਰਮ ਦੇ ਸਾਧੂ, ਹਰ ਧਰਮ ਦੇ ਮਹਾਤਮਾ ਉਹ ਰਿਕਾਰਡਿੰਗਾਂ ਪਾ ਰਹੇ ਹਨ। ਜਿਹੜੇ ਉਹਨਾਂ ਤੋਂ ਪਿੱਛੇ ਹੋ ਚੁੱਕੇ ਹਨ ਉਹਨਾਂ ਦੀਆਂ ਵੀ ਪਾਉਂਦੇ ਹਨ। ਤੇ ਆਡੀਓ ਵੀਡੀਓ ਰਿਕਾਰਡਿੰਗਾਂ ਬਹੁਤ ਹਨ। ਧਾਰਮਿਕ ਉਪਦੇਸ਼ ਦਿੱਤਾ ਹੋਇਆ ਹੈ ਤੇ ਲਿਖਤੀ ਰੂਪ ਦੇ ਵਿੱਚ ਵੀ ਤੁਸੀਂ ਪੜ੍ਹ ਸਕਦੇ ਹੋ ਖੋਲ ਕੇ। ਤੇ ਅਜੋਕੇ ਸਮੇਂ 'ਚ ਸਿਖਾਲਾ ਹੈ। ਪੁਰਾਣੇ ਸਮੇਂ 'ਚ ਇੰਨੀਆਂ ਪੁਸਤਕਾਂ ਮੌਜੂਦ ਨਹੀਂ ਸੀ ਹੋਇਆ ਕਰਦੀਆਂ। ਆਮ ਵਿਅਕਤੀ ਕੋਲ ਤਾਂ ਟਾਈਮ ਹੀ ਨਹੀਂ ਸੀ ਹੁੰਦਾ। ਬਾਬੇ ਨਾਨਕ ਜੀ ਦੇ ਸਮੇਂ, ਕਬੀਰ ਜੀ ਦੇ ਸਮੇਂ, ਕਿਉਂਕਿ ਕੰਮ ਹੀ ਇੰਨਾ ਸੀ, ਮਸਾਂ ਗੁਜ਼ਾਰਾ ਹੁੰਦਾ ਸੀ ਆਦਮੀ ਦਾ। ਮਿਹਨਤ ਜ਼ਿਆਦਾ ਸੀ, ਰੋਜੀ ਰੋਟੀ ਬਹੁਤ ਮਿਹਨਤ ਨਾਲ ਕਮਾਉਣੀ ਪੈਂਦੀ ਸੀ। ਤੇ ਟਾਈਮ ਕਿੱਥੇ ਸੀ? ਲੋਕ ਕਿੰਨਾ ਕੁ ਪੜ੍ਹਦੇ ਸਨ, ਪੜ੍ਹੇ ਹੋਏ ਵੀ ਬਹੁਤ ਘੱਟ ਸਨ। ਤੇ ਪੜ੍ਹੇ ਹੋਏ ਘੱਟ ਸਨ, ਪੜ੍ਹਦੇ ਘੱਟ ਸਨ, ਇਸ ਕਰਕੇ ਉਹਨਾਂ ਦੇ ਅੰਦਰ ਵਿਚਾਰ ਵੀ ਘੱਟ ਹੁੰਦੇ ਸਨ, ਸੋਚਦੇ ਘੱਟ ਸਨ। ਕਿਉਂਕਿ ਜਿੰਨਾ ਤੁਸੀਂ ਪੜ੍ਹੋਗੇ, ਸੁਣੋਗੇ, ਵਿਚਾਰੋਗੇ, ਓਨਾ ਜ਼ਿਆਦਾ ਸੋਚੋਗੇ ਵੀ ਓਨਾ ਜ਼ਿਆਦਾ। ਤੇ ਸੋਚ ਵਿਚਾਰ ਉਹਨਾਂ ਦੀ ਘੱਟ ਹੁੰਦੀ ਸੀ। ਇਹੋ ਹੀ ਕਾਰਨ ਹੈ ਤੇ ਸਤਿਯੁਗ ਨੂੰ ਸਾਰਿਆਂ ਨੂੰ ਸ੍ਰੇਸ਼ਟ ਦੱਸਿਆ ਗਿਆ ਹੈ। ਕਿਉਂ? ਖਿਆਲ ਕਰੋ, ਕਿਉਂਕਿ ਸਤਿਯੁਗ ਦੇ ਵਿੱਚ ਤੇ ਆਦਮੀ ਜੰਗਲਾਂ 'ਚ ਰਹਿੰਦਾ ਸੀ, ਬਿਲਕੁਲ ਸਾਧਾਰਨ ਸੀ। ਕੋਈ ਉਹਦੇ ਕੋਲ ਸੁੱਖ ਸੁਵਿਧਾ ਨਹੀਂ ਸੀ, ਘਰ ਨਹੀਂ ਸੀ, ਏਸੀ ਨਹੀਂ ਸੀ, ਕਾਰਾਂ ਨਹੀਂ ਸਨ, ਸੜਕਾਂ ਨਹੀਂ ਸਨ। ਜੰਗਲਾਂ 'ਚ ਰਹਿੰਦਾ ਸੀ, ਬਾਮੁਸ਼ਕਿਲ ਆਪਣੇ ਰੋਜੀ ਰੋਟੀ ਵਾਸਤੇ ਇਕੱਠਾ ਕਰਦਾ ਹੋਊਗਾ। ਉਸ ਸਮੇਂ ਜਾਨਵਰ ਕਿੰਨੇ ਸਨ ਤੇ ਬਾਹਰੋਂ ਤੇ ਬੜੀ ਤਕਲੀਫ ਸੀ, ਬਾਹਰੋਂ ਕੋਈ ਸੁੱਖ ਸੁਵਿਧਾ ਨਹੀਂ ਸੀ। ਫਿਰ ਵੀ ਸਤਿਯੁਗ ਨੂੰ ਸ੍ਰੇਸ਼ਟ ਕਿਹਾ ਹੈ। ਕਿਉਂ? ਕਿਉਂਕਿ ਉਦੋਂ ਮਨ ਸ਼ਾਂਤ ਸੀ, ਮਨ ਬੱਚੇ ਵਰਗਾ ਸੀ। ਲੋਕ ਖੇਡਦੇ ਸਨ, ਨੱਚਦੇ ਸਨ, ਮਸਤ ਹੁੰਦੇ ਸਨ। ਨਾ ਕੋਈ ਬਹੁਤੀ ਭਾਸ਼ਾ ਸੀ, ਨਾ ਬਹੁਤੀ ਵਿਚਾਰ ਸੀ, ਨਾ ਜ਼ਿਆਦਾ ਉਲਝਣਾ ਸਨ, ਨਾ ਜ਼ਿਆਦਾ ਬੋਲਦੇ ਸਨ। ਸਹਿਜ ਜੀਵਨ ਸੀ, ਸੁਖੀ ਸਨ, ਆਨੰਦਿਤ ਸਨ। ਦੇਖੋ ਉਲਟਾ ਕੰਮ ਹੈ ਨਾ। ਜਦੋਂ ਕੋਈ ਵੀ ਸੁੱਖ ਸੁਵਿਧਾ ਨਹੀਂ ਸੀ ਉਦੋਂ ਲੋਕ ਜ਼ਿਆਦਾ ਸੁਖੀ ਸਨ। ਪਿੱਛੇ ਕਿਉਂਕਿ ਉਦੋਂ ਵਿਚਾਰ ਘੱਟ ਸਨ। ਜਿੰਨਾ ਮਨ ਵਿਚਾਰ ਦੇ ਤਲ ਤੇ ਉਲਝਦਾ ਹੈ ਨਾ, ਉਹਨਾਂ ਦੁਖੀ ਹੁੰਦਾ ਹੈ। ਇਹ ਗੱਲ ਸਮਝਣ ਯੋਗ ਹੈ।
ਧੀਰੇ ਧੀਰੇ ਆਦਮੀ ਵਿਚਾਰਕ ਹੁੰਦਾ ਜਾਂਦਾ ਹੈ। ਆਦਮੀ ਜ਼ਿਆਦਾ ਸੁਣ ਰਿਹਾ ਹੈ ਵਿਚਾਰਕਾਂ ਨੂੰ। ਹੁਣ ਬਹੁਤ ਢੰਗ ਨਾਲ ਹਰ ਇੱਕ ਨੇ ਕਿਹਾ ਹੈ ਤੇ ਹਰ ਇੱਕ ਦੇ ਅਲੱਗਾ ਸਮਝਾਉਣ ਦਾ ਤਰੀਕਾ ਹੈ, ਵਿਚਾਰ ਕਰਨ ਦਾ ਤਰੀਕਾ ਹੈ। ਬਹੁਤਿਆਂ ਨੇ ਕਿਸੇ ਢੰਗ ਨਾਲ, ਬਹੁਤੇ ਬਾਹਰ ਮੁਖੀ ਵੀ ਹਨ ਤੇ ਅਲੱਗ ਢੰਗ ਨਾਲ ਸਮਝਾਉਂਦੇ ਹਨ। ਫਿਰ ਤੁਸੀਂ ਸੁਣੋਗੇ, ਤਾਲਮੇਲ ਬਿਠਾਓਗੇ, ਵਿਚਾਰੋਗੇ, ਸਮਝੋਗੇ ਤੇ ਸਮਝ ਦੇ ਤਲ ਤੇ, ਵਿਚਾਰ ਦੇ ਤਲ ਤੇ ਉਲਝ ਜਾਣਾ। ਹੁਣ ਇਸ ਰਿਕਾਰਡਿੰਗ 'ਚ ਜੋ ਕਿਹਾ ਗਿਆ ਹੈ ਤੇ ਬਿਲਕੁਲ ਠੀਕ। ਵੀ ਆਪਣੀ ਹੀ ਅੱਖ ਕੰਮ ਆਉਂਦੀ ਹੈ, ਦੂਸਰੇ ਦੀ ਅੱਖ ਕੰਮ ਨਹੀਂ ਆਉਂਦੀ। ਦੂਸਰੇ ਦੀ ਅੱਖ ਦੇ ਦੁਆਰਾ ਤੁਸੀਂ ਦੇਖ ਨਹੀਂ ਸਕਦੇ ਹੋ। ਆਪਣੀ ਅੱਖ ਦੇ ਨਾਲ ਹੀ ਦੇਖੋਗੇ ਨਾ, ਰਸਤੇ ਤੇ ਚੱਲੋਗੇ, ਆਪਣੀ ਅੱਖ ਨਾਲ ਹੀ ਚੱਲੋਗੇ। ਇਹ ਤੇ ਗੱਲ ਠੀਕ ਹੈ। ਇੱਕ ਪੱਖ ਹੈ ਖਿਆਲ ਵਿੱਚ ਰੱਖਣਾ ਕਿ ਗਿਆਨ ਆਪਣਾ ਹੀ ਕੰਮ ਆਉਂਦਾ ਹੈ। ਗਿਆਨ ਉਧਾਰ ਨਹੀਂ ਮਿਲਦਾ ਹੈ। ਗਿਆਨ ਪੜ੍ਹਿਆ ਨਹੀਂ ਹੁੰਦਾ ਹੈ, ਵਿਚਾਰਿਆ ਨਹੀਂ ਹੁੰਦਾ ਹੈ, ਸੁਣਿਆ ਨਹੀਂ ਹੁੰਦਾ ਹੈ, ਸਮਝਿਆ ਨਹੀਂ ਹੁੰਦਾ ਹੈ। ਆ ਤੁਸੀਂ ਮੈਨੂੰ ਸੁਣ ਰਹੇ ਹੋ, ਸੁਣ ਕੇ ਗਿਆਨ ਥੋੜ੍ਹੀ ਹੋ ਜਾਣਾ ਹੈ। ਇੱਦਾਂ ਦੇ ਸਾਰੇ ਗਿਆਨੀ ਹੋ ਜਾਣ। ਸੁਣ ਕੇ ਨੌਲੇਜ ਹੁੰਦੀ ਹੈ, ਗਿਆਨ ਨਹੀਂ ਹੁੰਦਾ। ਤੇ ਸੁਣ ਕੇ ਗਿਆਨ ਥੋੜ੍ਹੀ ਹੋ ਜਾਣਾ ਹੈ। ਕੋਈ ਉਧਾਰ ਗਿਆਨ ਥੋੜ੍ਹੀ ਦੇ ਸਕਦਾ ਹੈ। ਹੁਣ ਮੈਂ ਜੋ ਜਾਣਦਾ ਹਾਂ, ਭਾਵੇਂ ਮੈਂ ਕਹੀ ਵੀ ਜਾ ਰਿਹਾ ਹਾਂ ਤੁਹਾਨੂੰ, ਫਿਰ ਵੀ ਜੋ ਜਾਣਦਾ ਉਹ ਦੇ ਥੋੜ੍ਹੀ ਸਕਦਾ ਹਾਂ ਤੁਹਾਨੂੰ। ਉਹ ਤੁਸੀਂ ਮੇਰੀ ਜੋ ਜਾਣਿਆ ਹੈ ਉਹਨੂੰ ਥੋੜ੍ਹੀ ਸਮਝ ਸਕਦੇ ਹੋ, ਸੁਣ ਕੇ ਵੀ ਨਹੀਂ ਸਮਝ ਸਕਦੇ ਹੋ, ਤੇ ਉਧਾਰ ਗਿਆਨ ਵੀ ਨਹੀਂ ਦਿੱਤਾ ਜਾ ਸਕਦਾ। ਤੇ ਜੋ ਪਿੱਛੇ ਹੋ ਚੁੱਕੇ ਹਨ ਉਹਨਾਂ ਦੇ ਉਪਦੇਸ਼ਾਂ ਨੂੰ ਪੜ੍ਹਦੇ ਰਹੋ, ਵਿਚਾਰਦੇ ਰਹੋ, ਸਮਝਦੇ ਰਹੋ, ਕਦੀ ਗਿਆਨ ਨਹੀਂ ਹੁੰਦਾ। ਨੌਲੇਜ ਹੁੰਦੀ ਹੈ, ਖਿਆਲ ਵਿੱਚ ਰੱਖਣਾ, ਗਿਆਨ ਨਹੀਂ ਹੁੰਦਾ। ਨੌਲੇਜ ਤੇ ਗਿਆਨ ਦਾ ਕੀ ਫਰਕ ਹੈ? ਬਹੁਤ ਵੱਡਾ ਫਰਕ ਹੈ। ਨੌਲੇਜ ਦਾ ਅਰਥ ਇਹ ਹੈ ਵੀ ਤੁਸੀਂ ਤਰਨ ਬਾਰੇ ਸਾਰੀਆਂ ਪੁਸਤਕਾਂ ਪੜ੍ਹ ਲਈਆਂ, ਵੀ ਕਿਵੇਂ ਤਰੀਦਾ ਹੈ, ਅਧਿਐਨ ਕਰ ਲਿਆ, ਪੁਸਤਕਾਂ ਪੜ੍ਹ ਲਈਆਂ ਵੀ ਕਿਵੇਂ ਕਿਵੇਂ ਤਰੀਦਾ, ਤੁਹਾਨੂੰ ਸਾਰੀ ਜਾਣਕਾਰੀ ਮਿਲ ਗਈ ਤਰਨ ਬਾਰੇ। ਹੁਣ ਤੁਹਾਨੂੰ ਕੋਈ ਸਮੁੰਦਰ ਕੰਢੇ ਲੈ ਕੇ ਜਾਵੇ ਜਾਂ ਨਦੀ ਕੰਢੇ ਧੱਕਾ ਦੇ ਦੇਵੇ, ਉੱਥੇ ਤੁਹਾਨੂੰ ਤਰਨਾ ਨਹੀਂ ਆਉਣਾ ਹੈ। ਪਹਿਲੀ ਗੱਲ ਤੁਸੀਂ ਡਰੋਗੇ, ਪਾਣੀ ਦੀ ਗਹਿਰਾਈ ਦੇਖ ਕੇ ਹੀ ਤੁਸੀਂ ਡਰੋਗੇ, ਹੱਥ ਪੈਰ ਕੰਬਣਗੇ, ਤੁਸੀਂ ਕਹੋਗੇ ਮੈਂ ਨਹੀਂ ਤਰ ਸਕਦਾ। ਭਾਵੇਂ ਤੁਸੀਂ ਹੋ ਸਕਦਾ ਹੈ ਵੀ ਤਰਨ ਬਾਰੇ ਕਿਸੇ ਨੂੰ ਦੱਸਦੇ ਵੀ ਹੋ, ਤੁਸੀਂ ਟੀਚਰ ਵੀ ਬਣ ਜਾਓ, ਦੂਸਰਿਆਂ ਨੂੰ ਵੀ ਦੱਸਣ ਲੱਗ ਜਾਓ ਕਿਵੇਂ ਤਰਨਾ ਹੈ ਪੜ੍ਹ ਕੇ। ਇੱਦਾਂ ਹੀ ਤੇ ਲੋਕ ਦੱਸ ਰਹੇ ਹਨ, ਧਾਰਮਿਕ ਲੋਕ ਪੜ੍ਹ ਕੇ ਦੱਸੀ ਜਾਂਦੇ ਵੀ ਤਰਨਾ ਕਿਵੇਂ ਹੈ। ਆਪ ਤੇ ਕਦੇ ਤਰੇ ਨਹੀਂ, ਪੁਸਤਕਾਂ ਪੜ੍ਹ ਕੇ ਦੱਸਦੇ ਹਨ ਕਿਵੇਂ ਤਰਨਾ ਹੈ, ਤੇ ਨੌਲੇਜ ਹੋਊਗੀ ਨਾ। ਤੇ ਦੂਸਰਾ ਬੰਦਾ ਹੈ ਜਿਹੜਾ ਤਰਦਾ ਹੈ, ਉਹਨੂੰ ਅਨੁਭਵ ਹੁੰਦਾ ਹੈ, ਉਹਨੂੰ ਗਿਆਨ ਹੁੰਦਾ ਹੈ, ਉਹ ਤਰ ਕੇ ਦੇਖਦਾ ਹੈ। ਫਿਰ ਡੂੰਘੇ ਤੋਂ ਡੂੰਘੇ ਪਾਣੀ ਦੇ ਵਿੱਚ ਜਦੋਂ ਤਰ ਲੈਂਦਾ ਹੈ ਨਾ, ਫਿਰ ਉਹ ਆਸਵਸਤ ਹੋ ਜਾਂਦਾ ਹੈ। ਨਹੀਂ ਤੇ ਆਦਮੀ ਡਰਦਾ ਹੈ, ਭਾਵੇਂ ਜਿੰਨਾ ਮਰਜ਼ੀ ਪੜ੍ਹਿਆ ਹੋਵੇ, ਹੁਣ ਤਰਿਆ ਨਾ ਹੋਵੇ ਤੇ ਡੂੰਘੇ ਪਾਣੀ ਤੋਂ ਡਰੂਗਾ। ਫਿਰ ਜਿਹੜਾ ਤੇਜ਼ ਵਹਾਅ ਦਾ ਪਾਣੀ ਹੈ ਉਹਦੇ 'ਚ ਜ਼ਿਆਦਾ ਡਰੂਗਾ, ਕਿਉਂਕਿ ਉਹ ਤੇ ਤਰਨਾ ਹੋਰ ਵੀ ਔਖਾ ਹੁੰਦਾ। ਹੁਣ ਪੁਸਤਕ ਪੜ੍ਹ ਕੇ ਥੋੜ੍ਹੀ ਪਤਾ ਲੱਗੂਗਾ ਵੀ ਤੇਜ਼ ਵਹਾਅ 'ਚ ਕਿਵੇਂ ਤਰਨਾ, ਉਹ 'ਚ ਤਰਨਾ ਬੜਾ ਕਠਿਨ ਹੁੰਦਾ ਹੈ। ਕਿਉਂਕਿ ਜਿੱਧਰ ਨੂੰ ਪਾਣੀ ਵਹਿ ਰਿਹਾ ਹੈ ਤੁਸੀਂ ਉਧਰ ਨੂੰ ਰੁੜੋਗੇ, ਤੇ ਤੁਸੀਂ ਸਾਹਮਣੇ ਕੰਢੇ ਤੇ ਨਹੀਂ ਲੱਗੋਗੇ। ਤੁਸੀਂ ਜਿੱਧਰ ਨੂੰ ਵਹਿ ਰਿਹਾ ਹੈ ਪਾਣੀ, ਉਧਰ ਅੱਗੇ ਜਾ ਕੇ ਕੰਢੇ ਤੇ ਲੱਗੋਗੇ, ਉਧਰ ਕੰਢਾ ਦੇਖਣਾ ਪਵੇਗਾ ਤੁਹਾਨੂੰ ਗਾਹਾਂ ਵੀ ਮੈਂ ਲੱਗ ਸਕਦਾ ਹਾਂ ਕਿਤੇ ਕਿ ਨਹੀਂ, ਕਿਉਂਕਿ ਬਹੋਗੇ ਨਾਲ ਤੁਸੀਂ, ਉਹਦੇ ਵਿੱਚ ਹੋਰ ਅਨੁਭਵ ਦੂਸਰਾ ਹੋਵੇਗਾ ਤਰਨ। ਠਹਿਰੇ ਪਾਣੀ ਤੇ ਥੋੜ੍ਹੇ ਪਾਣੀ 'ਚ ਹੋਰ ਅਨੁਭਵ ਹੁੰਦਾ ਹੈ, ਗਹਿਰੇ ਪਾਣੀ 'ਚ ਹੋਰ ਅਨੁਭਵ ਹੁੰਦਾ ਹੈ। ਤੇ ਜਿਹੜਾ ਗਹਿਰੇ ਪਾਣੀਆਂ ਦੇ ਵਿੱਚ ਤਰਿਆ ਹੋਵੇ ਸਮੁੰਦਰਾਂ 'ਚ, ਉਹਨੂੰ ਕੀ ਡਰ?
ਉਹ ਹੁਣ ਨੌਲੇਜ ਦੀਆਂ ਜਿਹੜੀਆਂ ਪੁਸਤਕਾਂ ਹਨ ਉਹਨੂੰ ਪੜ੍ਹਨ ਦੀ ਲੋੜ ਹੈ? ਉਹ ਤਾਂ ਚੱਕ ਕੇ ਮਾਰੂਗਾ ਪਰੇ, ਕਹਿੰਦਾ ਮੈਂ ਜਾਣਦਾ ਹੀ ਹਾਂ, ਮੈਨੂੰ ਜੋ ਮਰਜ਼ੀ ਪੁੱਛ ਲਓ ਤਰਨ ਬਾਰੇ। ਪੁਸਤਕਾਂ ਪੜ੍ਹਨ ਦੀ ਕੀ ਲੋੜ ਹੈ? ਜਿਹੜਾ ਜਾਣ ਗਿਆ ਤਰਨ ਬਾਰੇ, ਜਿਹਨੂੰ ਗਿਆਨ ਹੋ ਗਿਆ, ਉਹ ਫਿਰ ਪੁਸਤਕਾਂ ਨੂੰ ਕੀ ਕਰਨਾ ਹੈ? ਉਹਨੇ ਉਹ ਚੱਕ ਕੇ ਪਰੇ ਮਾਰਦਾ, ਕਹਿੰਦਾ ਲੋੜ ਹੀ ਨਹੀਂ, ਪੜ੍ਹਨ ਦੀ ਲੋੜ ਨਹੀਂ, ਸੁਣਨ ਦੀ ਲੋੜ ਨਹੀਂ, ਜਾਣ ਲਿਆ, ਗਿਆਨ ਹੋ ਗਿਆ। ਤੇ ਨੌਲੇਜ ਹੈ ਪੜ੍ਹਨਾ। ਪੜ੍ਹ ਕੇ ਨੌਲੇਜ ਹੁੰਦੀ ਹੈ, ਸੁਣ ਕੇ ਨੌਲੇਜ ਹੁੰਦੀ ਹੈ, ਗਿਆਨ ਨਹੀਂ ਹੁੰਦਾ ਹੈ। ਇਹ ਗੱਲ ਖਿਆਲ ਵਿੱਚ ਰੱਖਣੀ ਹੈ। ਇਹ ਠੀਕ ਹੀ ਕਿਹਾ ਹੈ ਇਹਨਾਂ ਨੇ, ਇਹ ਮੈਂ ਸਹਿਮਤ ਹਾਂ। ਪਰ ਇੱਕ ਪੱਖ ਹੈ, ਇਹ ਗਿਆਨ ਦਾ ਪੱਖ ਹੈ। ਜਿਹੜੇ ਗਿਆਨ ਦੇ ਮਾਰਗ ਤੇ ਜਾਣਗੇ ਉਹਨਾਂ ਨੂੰ ਇਹ ਖਿਆਲ ਵਿੱਚ ਰੱਖਣਾ ਪਵੇਗਾ ਕਿ ਗਿਆਨ ਬਾਹਰੋਂ ਨਹੀਂ ਮਿਲਦਾ ਹੈ, ਬਾਹਰੋਂ ਨੌਲੇਜ ਮਿਲਦੀ ਹੈ। ਜੋ ਮੈਂ ਕਿਹਾ ਗਿਆ ਹੈ ਜਾਂ ਕਹਿ ਰਿਹਾ ਹਾਂ, ਇਹਦੇ ਨਾਲ ਤੁਹਾਨੂੰ ਸਮਝ ਮਿਲੇਗੀ। ਦਰਅਸਲ ਇਉਂ ਸਮਝ ਲਵੋ ਤੁਸੀਂ, ਇੱਕ ਗਿਆਨ ਤੇ ਹੈ ਸੰਸਾਰਿਕ, ਸੰਸਾਰ ਦੀ ਉਪਲਬਧੀ ਵਾਸਤੇ, ਸੰਸਾਰ ਦੀ ਪ੍ਰਾਪਤੀ ਵਾਸਤੇ, ਤੁਸੀਂ ਸੁੱਖ ਚਾਹੁੰਦੇ ਹੋ, ਉਹਦੇ ਵਾਸਤੇ ਤੁਹਾਡੇ ਕੋਲ ਗਿਆਨ ਹੈ ਵੀ ਕਿਹੜਾ ਕਿਹੜਾ ਕੰਮ ਕਰਕੇ ਸੁੱਖ ਮਿਲਦਾ, ਕਿਵੇਂ ਸੁੱਖ ਮਿਲਦਾ, ਕਿਵੇਂ ਭੋਗਿਆ ਜਾਂਦਾ। ਸੰਸਾਰ ਦਾ ਗਿਆਨ, ਸੰਸਾਰ ਵਾਸਤੇ ਗਿਆਨ। ਇੱਕ ਗਿਆਨ ਹੈ ਸੰਸਾਰ ਤੋਂ ਛੁਟਕਾਰੇ ਵਾਸਤੇ। ਉਹਨੂੰ ਕਿਹਾ ਹੈ ਵਿਵੇਕ ਬੁੱਧੀ। ਵਿਵੇਕ ਬੁੱਧ ਸਤਿਗੁਰ ਤੇ ਪਾਏ। ਸੰਸਾਰ ਤੋਂ ਛੁਟਕਾਰੇ ਵਾਸਤੇ ਗਿਆਨ, ਪਰ ਉਹ ਵਾਸਤਵਿਕ ਗਿਆਨ ਨਹੀਂ ਹੈ, ਉਹ ਸਿਰਫ ਛੁਟਕਾਰੇ ਵਾਸਤੇ ਹੈ। ਅਗਰ ਛੁਟਕਾਰੇ ਵਾਸਤੇ ਜਿਹੜਾ ਗਿਆਨ ਹੈ ਉਹਨੂੰ ਹੀ ਤੁਸੀਂ ਗਿਆਨ ਸਮਝ ਲਵੋ, ਤੇ ਫਿਰ ਤੁਸੀਂ ਉਹ ਜਿਹੜਾ ਵਾਸਤਵਿਕ ਗਿਆਨ ਹੈ, ਜਿਹਨੂੰ ਬ੍ਰਹਮ ਗਿਆਨ ਕਿਹਾ ਹੈ, ਉਹ ਪ੍ਰਾਪਤ ਨਹੀਂ ਕਰ ਸਕਦੇ ਹੋ। ਤੇ ਬਹੁਤੇ ਧਾਰਮਿਕ ਲੋਕ ਇਸ ਗਿਆਨ ਨੂੰ ਹੀ ਗਿਆਨ ਸਮਝ ਰਹੇ ਹਨ, ਨੌਲੇਜ ਨੂੰ, ਜੋ ਪੜ੍ਹ ਕੇ, ਸੁਣ ਕੇ, ਵਿਚਾਰ ਕੇ ਉਹਨਾਂ ਨੂੰ ਮਿਲ ਰਹੀ ਹੈ, ਇਹਨੂੰ ਗਿਆਨ ਸਮਝ ਰਹੇ ਹਨ। ਜਿਨ੍ਹਾਂ ਦੀ ਰਿਕਾਰਡਿੰਗ ਪਾਈ ਹੈ, ਇਹਨਾਂ ਨੂੰ ਸੁਣਨ ਵਾਲੇ ਵੀ, ਸੁਣ ਕੇ ਆਦਮੀ ਗਿਆਨੀ ਹੋ ਜਾਂਦਾ ਹੈ, ਪੰਡਿਤ ਹੋ ਜਾਂਦਾ ਹੈ। ਤਾਂ ਬਹੁਤ ਜਾਣਕਾਰੀ ਹੈ। ਉਹ ਤੇ ਉਪਦੇਸ਼ ਕਰ ਰਹੇ ਹਨ, ਧਿਆਨ ਲਵਾ ਰਹੇ ਹਨ, ਬੜੇ ਬੜੇ ਆਸ਼ਰਮ ਬਣੇ ਹੋਏ ਹਨ, ਹਜ਼ਾਰਾਂ ਲੋਕ ਜੁੜੇ ਹੋਏ ਹਨ, ਪੜ੍ਹੇ ਲਿਖੇ ਲੋਕ ਜੁੜੇ ਹੋਏ ਹਨ। ਉਹਨਾਂ ਨੂੰ ਨਹੀਂ ਪਤਾ ਲੱਗਦਾ ਵੀ ਇਹ ਸਿਰਫ ਪੜ੍ਹਿਆ ਸੁਣਿਆ ਹੈ, ਕਿਉਂਕਿ ਬਾਹਰੋਂ ਪਤਾ ਲੱਗਦਾ ਹੀ ਨਹੀਂ। ਖਿਆਲ ਵਿੱਚ ਰੱਖੋ, ਕਿੰਨਾ ਵੀ ਸਮਝਦਾਰ ਬੰਦਾ ਹੋਵੇ, ਉਹਨੂੰ ਵੀ ਬਾਹਰੋਂ ਨਹੀਂ ਪਤਾ ਲੱਗਦਾ ਵੀ ਇਹਨੂੰ ਗਿਆਨ ਹੈ ਕਿ ਨਹੀਂ। ਬਾਹਰੋਂ ਕਿਵੇਂ ਪਤਾ ਲੱਗੂਗਾ? ਹੋ ਸਕਦਾ ਜਿਹੜਾ ਗਿਆਨਵਾਨ ਹੋਵੇ, ਭਰਮਪੁਰ, ਉਹਦੇ ਨਾਲੋਂ ਵੀ ਵਧੀਆ ਬੋਲ। ਜ਼ਿਆਦਾਤਰ ਲੋਕ ਵਧੀਆ ਬੋਲਦੇ, ਢੰਗ ਨਾਲ ਸਮਝਾਉਂਦੇ ਹਨ, ਪ੍ਰਮਾਣ ਦਿੰਦੇ। ਤੇ ਪੜ੍ਹੇ ਲਿਖੇ ਬੰਦੇ ਨੂੰ ਤਾਂ ਪਤਾ ਹੀ ਨਹੀਂ ਲੱਗਦਾ, ਸਗੋਂ ਉਹਦੇ ਅਨੁਕੂਲ ਗੱਲਾਂ ਹੁੰਦੀਆਂ, ਉਹਨੂੰ ਜ਼ਿਆਦਾ ਮਜ਼ਾ ਆਉਂਦਾ ਹੈ ਪੜ੍ਹੇ ਲਿਖੇ ਨੂੰ। ਤੇ ਜਿਹੜਾ ਵਾਸਤਵਿਕ ਪਰਮ ਗਿਆਨੀ ਹੈ, ਉਹਦੀਆਂ ਗੱਲਾਂ ਹੀ ਅਬੂਝ ਹੁੰਦੀਆਂ ਹਨ, ਉਹਦੇ ਪਕੜ 'ਚ ਹੀ ਨਹੀਂ ਆਉਂਦੀਆਂ। ਪੜ੍ਹੇ ਲਿਖਿਆਂ ਦੇ ਜ਼ਿਆਦਾ ਪਕੜ 'ਚ ਨਹੀਂ ਆਉਂਦੀਆਂ, ਕਿਉਂਕਿ ਉਹਨਾਂ ਦੀ ਬੁੱਧੀ ਤੋਂ ਪਰੇ ਪਰੇ ਜਾਂਦੀਆਂ ਨਾ। ਉਹ ਕਹਿੰਦੇ ਇਹ ਗੱਲ ਹੀ ਨਹੀਂ ਠੀਕ ਇਹਨਾਂ ਦੀ। ਤੇ ਪੜ੍ਹੇ ਲਿਖੇ ਜ਼ਿਆਦਾ ਜਿਹੜੇ ਹਨ, ਉਹ ਉਹਨਾਂ ਦੀਆਂ ਗੱਲਾਂ ਸੁਣਦੇ ਹਨ ਜਿਨ੍ਹਾਂ ਨੂੰ ਨੌਲੇਜ ਹੈ। ਤੇ ਜ਼ਿਆਦਾਤਰ ਧਾਰਮਿਕ ਲੋਕਾਂ ਨੂੰ ਨੌਲੇਜ ਹੈ, ਪੜ੍ਹ ਸੁਣ ਕੇ, ਵਿਚਾਰ ਕੇ, ਸਮਝ ਵਿੱਚ ਜੋ ਆਇਆ ਉਹਨਾਂ, ਉਹ ਦੂਸਰਿਆਂ ਨੂੰ ਸਮਝਾ ਰਹੇ ਹਨ। ਇਹ ਗਿਆਨ ਨਹੀਂ ਹੈ। ਤੇ 99% ਧਾਰਮਿਕ ਲੋਕਾਂ ਕੋਲ ਨੌਲੇਜ ਹੈ। ਇਹ ਗੱਲ ਖਿਆਲ ਵਿੱਚ ਰੱਖਣੀ। ਇਹੋ ਹੀ ਰੁਕਾਵਟ ਹੈ, ਜਿਹੜੀ ਮੈਂ ਰੁਕਾਵਟ ਕਹਿ ਰਿਹਾ ਸੀ ਨਾ, ਅਧਿਆਤਮਿਕ ਜਗਤ ਦੇ ਵਿੱਚ ਸਾਰਿਆਂ ਨੂੰ ਵੱਡੀ ਰੁਕਾਵਟ ਹੈ ਨੌਲੇਜ। ਇਹ ਪੁਰਾਣੇ ਸਮਿਆਂ 'ਚ ਵੀ ਸੀ, ਉਹਨਾਂ ਨੂੰ ਪੰਡਿਤ ਕਹਿੰਦੇ ਸਨ, ਉਹਨਾਂ ਕੋਲ ਵੀ ਬਹੁਤ ਨੌਲੇਜ ਸੀ, ਪਰ ਨੌਲੇਜ ਸੀ ਨਾ, ਜਾਣਦੇ ਸਭ ਪੂਰਾ ਸੀ, ਧਰਮ ਬਾਰੇ, ਪਰਮਾਤਮਾ ਬਾਰੇ ਵੀ ਜਾਣਦੇ ਸਨ, ਸਭ ਕੁਝ ਜਾਣਦੇ ਸਨ,
ਸਿਰਫ ਜਾਣਦੇ ਸਨ, ਜਾਣਕਾਰੀ ਸੀ, ਨੌਲੇਜ ਸੀ, ਤਾਂ ਉਹਨਾਂ ਨੂੰ ਅਗਿਆਨੀ ਕਿਹਾ ਹੈ, ਮੂੜ ਕਿਹਾ ਹੈ, ਬੇਸਮਝ ਕਿਹਾ ਹੈ ਕਿ ਤੁਸੀਂ ਨੌਲੇਜ ਹਾਸਲ ਕੀਤੀ, ਤਰੇ ਤੇ ਹੈ ਹੀ ਨਹੀਂ। ਹੁਣ ਤਰਨਾ ਤੇ ਤੁਹਾਨੂੰ ਆਉਂਦਾ ਹੀ ਨਹੀਂ, ਤੇ ਤਰਨਾ ਹੀ ਨਹੀਂ ਆਉਂਦਾ, ਤਰੇ ਹੀ ਨਹੀਂ ਕਦੀ, ਤੇ ਤਰੋਗੇ ਕਿਵੇਂ ਸੰਸਾਰ ਸਾਗਰ? ਤੁਸੀਂ ਜੇ ਡੁੱਬੋਗੇ, ਆਪ ਡੁੱਬੇ ਚਾਹੋ ਵੇਦ ਮੇ ਚੇਲੇ ਦੀਏ ਬਾਹਰ, ਆਪ ਵੀ ਡੁੱਬੋਗੇ, ਪਤੰਦਰੋਂ ਹੋਰਾਂ ਨੂੰ ਡੁੱਬੋਗੇ। ਵੀ ਤੁਹਾਨੂੰ ਤਰਨਾ ਤੇ ਆਉਂਦਾ ਹੀ ਨਹੀਂ, ਕਿਤਾਬਾਂ ਹੀ ਪੜ੍ਹੀਆਂ। ਤੇ ਧਾਰਮਿਕ ਜਗਤ ਦੇ ਵਿੱਚ ਨੌਲੇਜ ਬਹੁਤ ਵੱਧਦੀ ਜਾ ਰਹੀ ਹੈ, ਤੇ ਨੌਲੇਜ ਲੈਣੀ ਵੀ ਸਿਖਾਲੀ ਹੈ, ਜਾਣਕਾਰੀ ਬਹੁਤ ਮਿਲ ਰਹੀ ਹੈ। ਆ ਸੋਸ਼ਲ ਮੀਡੀਆ ਦੁਆਰਾ ਹਰ ਤਰ੍ਹਾਂ ਦੀ ਜਾਣਕਾਰੀ, ਜਿਸ ਧਰਮ ਦੀ ਮਰਜ਼ੀ ਲੈ ਲਓ, ਜਿਹੜੇ ਧਰਮ ਦੇ ਮਰਜ਼ੀ ਪ੍ਰਚਾਰਕ ਨੂੰ ਸੁਣ ਲਓ। ਐਸਾ ਨਹੀਂ ਹੈ, ਪੁਰਾਣੇ ਕਈ ਮਹਾਂਪੁਰਸ਼ ਗਿਆਨਵਾਨ ਹੋਏ ਹਨ, ਉਹਨਾਂ ਨੇ ਠੀਕ ਵੀ ਕਿਹਾ ਹੈ, ਗਲਤ ਨਹੀਂ ਕਿਹਾ ਹੈ, ਪਰ ਉਹਦੇ ਨਾਲ ਵੀ ਨੌਲੇਜ ਹੀ ਹੋਵੇਗੀ ਨਾ, ਗਿਆਨ ਥੋੜ੍ਹੀ ਹੋਵੇਗਾ। ਤੇ ਗਿਆਨ ਬਾਹਰੋਂ ਨਹੀਂ ਮਿਲਦਾ ਹੈ, ਇਹ ਤੇ ਗੱਲ ਠੀਕ ਹੈ, ਨੌਲੇਜ ਮਿਲਦੀ। ਤੇ ਇੱਕ ਹੈ ਗਿਆਨ ਜਿਹੜਾ ਹੈ ਸੰਸਾਰ ਤੋਂ ਛੁਟਕਾਰੇ ਵਾਸਤੇ, ਉਸ ਗਿਆਨ ਨੂੰ ਵੀ ਅਕੜ ਪਕੜ ਲਿਆ ਤੁਸੀਂ, ਤੇ ਤੁਸੀਂ ਗਿਆਨੀ ਹੋ ਗਏ, ਨੌਲੇਜ ਹੋ ਗਈ ਤੁਹਾਨੂੰ। ਜਿਸ ਤਰ੍ਹਾਂ ਬਾਹਰ ਗਿਆਨੀ ਹਨ, ਬੜਾ ਗਿਆਨ ਹੈ ਕਈਆਂ ਨੂੰ ਕਹਿ ਵੀ ਦਿੰਦੇ ਹਨ, ਇਹ ਬੜਾ ਵੱਡਾ ਗਿਆਨੀ ਹੈ, ਬੜਾ ਗਿਆਨ ਹੈ ਇਹਨੂੰ ਧਰਮ। ਉਹ ਸਾਰੀਆਂ ਗੱਲਾਂ ਜੇਤੇ ਕੀਤੀਆਂ ਹੋਈਆਂ, ਗੁਰਬਾਣੀ ਦੇ ਅਰਥ ਕਰ ਕਰਕੇ ਦੱਸੀ ਜਾਂਦੇ ਹਨ, ਬੜਾ ਗਿਆਨ, ਬੜੇ ਵੱਡੇ ਗਿਆਨੀ, ਤੇ ਪਤਾ ਥੋੜ੍ਹੀ ਲੱਗਦਾ ਹੈ ਕਿਸੇ ਨੂੰ। ਤੇ ਛੁਟਕਾਰੇ ਵਾਸਤੇ ਗਿਆਨ, ਹੁਣ ਤੁਸੀਂ ਇਉਂ ਸਮਝੋ, ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਬਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਹੁਣ ਇੱਥੇ ਅਰਥ ਕੀ ਕਰੋਗੇ ਤੁਸੀਂ? ਗਿਆਨ ਅੰਜਨ ਗੁਰ ਦੀਆ, ਹੁਣ ਗੁਰ ਤੇ ਦੂਸਰਾ, ਦੂਸਰੇ ਕੋ ਮਿਲ ਰਿਹਾ ਹੈ ਗਿਆਨ, ਇਹ ਵੀ ਗੱਲ ਸੱਚ ਹੈ। ਇਹ ਗੱਲ ਹੁਣ ਇਹ ਤੇ ਦੱਸ ਨਹੀਂ ਰਹੇ ਹਨ ਰਿਕਾਰਡਿੰਗ ਸਿਰਫ ਇੱਕ ਪੱਖ ਦੱਸਿਆ ਜਾ ਰਿਹਾ, ਉਹ ਵੀ ਜਿਹੜੇ ਬਿਲਕੁਲ ਖੁਸ਼ਕ ਮਾਰਗ ਗਿਆਨ ਦੇ ਤੇ ਚੱਲਣਗੇ। ਕਿਸੇ ਨੂੰ ਵੀ ਨਹੀਂ ਮੰਨਦਾ ਹੈ ਜਿਹੜਾ ਸਿਰਫ ਸੁਣਦਾ ਹੈ ਤੇ ਸਮਝਦਾ ਹੈ ਤੇ ਚੱਲਦਾ ਹੈ, ਸਿਰਫ ਸਮਝ ਦੇ ਤਲ ਤੇ ਨਹੀਂ ਰੱਖਦਾ, ਚੱਲਦਾ ਹੈ ਤੇ ਸਮਝਦਾਰੀ ਨੂੰ ਛੱਡਦਾ ਹੈ। ਕਿਉਂਕਿ ਨੌਲੇਜ ਨੂੰ ਛੱਡੋਗੇ ਵੀ ਨਾ, ਜੇ ਨੌਲੇਜ ਨੂੰ ਫੜੀ ਰੱਖਿਆ ਹੈ ਫਿਰ ਤੁਸੀਂ ਸਮਝ ਅੱਗੇ ਕਿਵੇਂ ਜਾਓਗੇ? ਹੁਣ ਜਦੋਂ ਤਰੋਗੇ ਫਿਰ ਉੱਥੇ ਨੌਲੇਜ ਕੰਮ ਨਹੀਂ ਆਵੇਗੀ, ਉੱਥੇ ਤੁਸੀਂ ਬਾਹਾਂ ਆਪਣੇ ਢੰਗ ਨਾਲ ਮਾਰੋਗੇ, ਆਪਣੇ ਢੰਗ ਨਾਲ ਲੱਤਾਂ ਮਾਰੋਗੇ, ਉੱਥੇ ਸੋਚ ਕੇ ਥੋੜ੍ਹੀ ਮਾਰੋਗੇ, ਸੋਚੋਗੇ ਤੇ ਡੁੱਬੋਗੇ। ਉੱਥੇ ਸੋਚਣ ਨੂੰ ਟਾਈਮ ਥੋੜ੍ਹੀ, ਧੱਕਾ ਅਗਲੇ ਨੇ ਦੇ ਦਿੱਤਾ ਗਹਿਰੇ ਪਾਣੀ ਤੇ ਉੱਥੇ ਆਪਣੇ ਆਪ ਹੀ ਲੱਤਾਂ ਬਾਹਾਂ ਚੱਲਣਗੀਆਂ, ਉੱਥੇ ਕਿਤਾਬਾਂ ਕੰਮ ਨਹੀਂ ਆਉਂਦੀਆਂ ਤੇ ਸੋਚਣ ਬੈਠ ਜਾਓ, ਤੇ ਉੱਥੇ ਤਰਨਾ ਹੋਵੇਗਾ, ਤੇ ਉੱਥੇ ਫਿਰ ਉਹ ਜੋ ਘੋਟਿਆ ਹੋਇਆ ਗਿਆਨ ਉਹ ਕੰਮ ਨਹੀਂ ਆਉਂਦਾ, ਤੇ ਨੌਲੇਜ ਛੱਡਦਾ ਹੈ ਜਿਹੜਾ, ਤੇ ਇਹ ਕੋਈ ਵਿਰਲਾ ਹੈ, ਖਿਆਲ ਵਿੱਚ ਰੱਖਿਓ। ਜ਼ਿਆਦਾਤਰ ਲੋਕ ਦੂਸਰੇ ਮਾਰਗ ਥਾਣੀ ਜਾਂਦੇ ਹਨ, ਜਿਹੜੇ ਮਾਰਗ ਦੀ ਬਾਬੇ ਨਾਨਕ ਨੇ ਵੀ ਬਹੁਤ ਗੱਲ ਕੀਤੀ। ਉਹ ਮਾਰਗ ਹੈ ਪ੍ਰੇਮ ਦਾ, ਸ਼ਰਧਾ ਦਾ। ਹੁਣ ਜਿਵੇਂ ਕਿਹਾ ਹੈ, ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਬਿਨਾਸ਼। ਹੁਣ ਗੁਰੂ ਗਿਆਨ ਕਿਵੇਂ ਦੇ ਦਿੰਦਾ ਹੈ? ਦੂਸਰੇ ਤੋਂ ਗਿਆਨ ਮਿਲਦਾ ਨਹੀਂ ਹੈ, ਇਹ ਵੀ ਮੈਂ ਕਹਿੰਦਾ ਸੱਚ ਹੈ, ਨਾ ਪੜ੍ਹਿਆ ਮਿਲਦਾ, ਨਾ ਸੁਣਿਆ ਮਿਲਦਾ, ਨਾ ਦੂਸਰਾ ਦੇ ਸਕਦਾ, ਦੇ ਵੀ ਨਹੀਂ ਸਕਦਾ ਕਿਸੇ ਢੰਗ।
ਕਿਵੇਂ ਦੇਊਗਾ? ਪਰ ਲਿਆ ਜਾ ਸਕਦਾ ਹੈ, ਇਹ ਦੂਸਰੀ ਗੱਲ। ਜੇ ਮੈਂ ਕਹਿੰਦਾ ਹੈ ਨਾ ਵੀ ਪਰਮ ਪੁਰਖ ਗਿਆਨਵਾਨ ਜਿਹੜੇ ਹਨ, ਪ੍ਰਭੂ ਦੇ ਪਿਆਰੇ, ਉਹ ਅਗਰ ਚਾਹੁਣ ਵੀ ਤੁਹਾਨੂੰ ਮੁਕਤ ਕਰਨਾ, ਮੁਕਤ ਨਹੀਂ ਕਰ ਸਕਦੇ ਜਿੰਨਾ ਚਿਰ ਤੁਸੀਂ ਨਾ ਛੁੱਟਣਾ ਚਾਹੋ। ਏਦਾਂ ਹੀ ਇਹ ਗਿਆਨ ਹੈ, ਪ੍ਰੇਮ ਹੈ, ਇਹ ਦਿੱਤਾ ਨਹੀਂ ਜਾ ਸਕਦਾ। ਤੁਸੀਂ ਲੈ ਸਕਦੇ, ਦੂਸਰਾ ਲੈ ਸਕਦਾ ਹੈ। ਤੇ ਜਦੋਂ ਕਿਹਾ ਜਾਂਦਾ ਗਿਆਨ ਅੰਜਨ ਗੁਰ ਦੀਆ, ਤੇ ਇੱਥੇ ਇਉਂ ਲੱਗਦਾ ਵੀ ਗੁਰੂ ਦੇ ਰਿਹਾ ਹੈ। ਨਹੀਂ, ਇੱਥੇ ਲੈਣ ਵਾਲਾ ਲੈ ਰਿਹਾ ਹੈ, ਤਾਂ ਹੀ ਉਹ ਦੇ ਰਿਹਾ ਹੈ, ਨਹੀਂ ਤੇ ਉਹ ਦੇ ਹੀ ਨਹੀਂ ਸਕਦਾ। ਕਿਵੇਂ ਦੇਊਗਾ? ਜਿਵੇਂ ਸਮਝ ਲਓ ਤੁਸੀਂ ਅਸ਼ਟਾਵਕਰ ਤੇ ਜਨਕ ਦੀ ਇੱਕ ਗਾਥਾ ਬਹੁਤ ਹੀ ਮਸ਼ਹੂਰ ਹੈ ਤੇ ਬਹੁਤ ਪਿਆਰੀ ਹੈ। ਮੈਂ ਵੀ ਬਹੁਤ ਵਾਰਾਂ ਕਹੀ ਹੈ ਵੀ ਜਨਕ ਨੇ ਘੋਸ਼ਣਾ ਕੀਤੀ ਸੀ ਵੀ ਮੈਨੂੰ ਓਨੇ ਸਮੇਂ 'ਚ ਗਿਆਨ ਕੋਈ ਕਰਾ ਦੇਵੇ ਤਾਂ ਮੈਂ ਮੰਨੂਗਾ, ਜਿੰਨੇ ਸਮੇਂ ਦੇ ਵਿੱਚ ਘੋੜੇ ਤੇ ਸਵਾਰ ਹੋਈ। ਉਹਦੇ ਕੋਲ ਬਹੁਤ ਚੋਟੀ ਦੇ ਵਿਦਵਾਨ ਸਨ, ਵਿਦਵਾਨਾਂ ਦੀ ਸਭਾ ਵੀ ਬੁਲਾਇਆ ਕਰਦਾ ਸੀ, ਪਰ ਤਸੱਲੀ ਨਹੀਂ ਸੀ ਹੁੰਦੀ। ਤੇ ਅਸ਼ਟਾਵਕਰ ਨੇ ਕਹਿੰਦੇ ਉਹ ਚੁਣੌਤੀ ਕਬੂਲ ਕੀਤੀ ਸੀ। ਛੋਟੀ ਉਮਰ ਸੀ ਉਹਨਾਂ ਦੀ, ਸਮਰਾਟ ਦੀ ਚੁਣੌਤੀ ਕਬੂਲ ਕਰ ਲਈ। ਸਮਰਾਟ ਨੇ ਕਿਹਾ ਵੀ ਨਾ ਹੋਇਆ ਤੇ ਸਮਰਾਟਾਂ ਦਾ ਕੰਮ ਤੁਸੀਂ ਜਾਣਦੇ ਹੀ, ਵੀ ਸਜ਼ਾ ਵੀ ਬਹੁਤ ਭਿਆਨਕ ਦੇਣਗੇ। ਪਰ ਅਸ਼ਟਾਵਕਰ ਵਾਸਤਵਿਕ ਦੇ ਵਿੱਚ ਗਿਆਤਾ ਸਨ, ਉਹਨਾਂ ਨੂੰ ਡਰਨ ਦੀ ਕੀ ਲੋੜ ਸੀ। ਉਹਨੇ ਕਿਹਾ ਠੀਕ ਹੈ, ਮੈਂ ਚੁਣੌਤੀ ਕਬੂਲ ਕਰਦਾ, ਪਰ ਤੁਹਾਨੂੰ ਗੁਰਦਕਸ਼ਣਾ ਦੇਣੀ ਪਵੇਗੀ ਪਹਿਲਾਂ। ਉਹ ਹੀ ਪ੍ਰੇਮ ਹੈ, ਖਿਆਲ ਵਿੱਚ ਰੱਖੋ। ਤੇ ਗੁਰਦਕਸ਼ਣਾ ਉਹਨਾਂ ਨੇ ਮੰਗੀ ਮਨ। ਆਪਣਾ ਮਨ ਮੈਨੂੰ ਦੇ ਦੇ ਗੁਰਦਕਸ਼ਣਾ ਦੇ ਵਿੱਚ, ਤੇ ਮੈਂ ਗਿਆਨ ਕਰਾ ਦੇਣਾ। ਉਦਾਂ ਤੇ ਕਹਿੰਦੇ ਦੋ ਚੀਜ਼ਾਂ ਮੰਗੀਆਂ ਸੀ ਵੀ ਜਾਂ ਰਾਜ ਭਾਗ ਸਾਰਾ ਕੁਛ ਦੇ ਦੇ ਜਾਂ ਮਨ ਦੇ ਦੇ। ਉਹਨੇ ਸੋਚਿਆ ਵੀ ਰਾਜ ਭਾਗ ਦੇ ਕੇ ਮੈਂ ਕੀ ਕਰੂੰਗਾ, ਕੁਛ ਵੀ ਨਹੀਂ ਰਿਹਾ ਮੇਰੇ ਕੋਲ, ਮਨ ਦੇ। ਹੁਣ ਜਦੋਂ ਮਨ ਦੇ ਦਿੱਤਾ ਸਮਰਾਟ ਜਨਕ ਨੇ, ਤੇ ਉਹਦੇ ਕੋਲ ਰਹਿ ਕੀ ਗਿਆ? ਕੁਛ ਵੀ ਨਹੀਂ ਰਹਿ ਗਿਆ, ਕਿਉਂਕਿ ਮਨ ਦੇ ਪਿੱਛੇ, ਮੈਂ ਦੇ ਪਿੱਛੇ ਹੀ ਤੇ ਸਾਰਾ ਕੁਛ। ਮੈਂ ਹੀ ਨਹੀਂ ਰਹੀ ਤੇ ਮੇਰਾ ਪਰਿਵਾਰ ਨਹੀਂ, ਮੇਰਾ ਘਰ ਨਹੀਂ, ਮੇਰੀ ਜਾਇਦਾਦ ਨਹੀਂ, ਮੇਰਾ ਕੁਛ ਵੀ ਨਹੀਂ ਮੇਰਾ। ਫਿਰ ਉਹ ਚਾਲ ਨਹੀਂ ਨਾ ਸਮਝਿਆ ਅਸ਼ਟਾਵਕਰ, ਤੇ ਉਹਦਾ ਕੁਝ ਵੀ ਨਹੀਂ ਰਿਹਾ। ਤੇ ਜਿਹਦੀ ਮੈਂ ਨਹੀਂ ਰਹਿ ਗਈ ਨਾ, ਉਹਨੂੰ ਗਿਆਨ ਹੋ ਗਿਆ। ਮਨ ਦੇ ਰਾਮ ਲਿਆ ਹੈ ਜਾਂ ਗਿਆਨ ਹੋ ਗਿਆ। ਉਹ ਮਨ ਹੀ ਨਹੀਂ ਰਿਹਾ। ਹੁਣ ਗੁਰੂ ਨੇ ਦਿੱਤਾ ਗਿਆਨ, ਅਸ਼ਟਾਵਕਰ ਨੇ ਦਿੱਤਾ ਜਾਂ ਜਨਕ ਨੇ ਲਿਆ? ਫਿਰ ਜਦੋਂ ਕਹਿੰਦੇ ਮਨ ਦੇ ਦਿੱਤਾ ਉਹਨਾਂ ਨੇ, ਤੇ ਉਹਨਾਂ ਨੂੰ ਗਿਆਨ ਹੋ ਗਿਆ, ਜਾਗ ਗਏ। ਤੇ ਅਸ਼ਟਾਵਕਰ ਗੀਤਾ ਦੇ ਵਿੱਚ ਜੋ ਵੀ ਉਪਦੇਸ਼ ਹੈ ਨਾ, ਕਹਿੰਦੇ ਇੱਕੋ ਵਾਰੀ ਉਹਨਾਂ ਨੇ ਕਿਹਾ ਸੀ ਅਸ਼ਟਾਵਕਰ ਜੀ ਨੇ, ਤੇ ਸਮਰਾਟ ਜਨਕ ਨੇ ਸਾਰਾ ਹੀ ਸਮਝ ਲਿਆ, ਕਿਉਂਕਿ ਗਿਆਨ ਹੀ ਹੋ ਗਿਆ। 7 ਵਚਨ ਹੀ ਕਹੀ ਗਏ, ਕਿਤੇ ਵੀ ਤਰਕ ਨਹੀਂ ਉਠਾਇਆ ਬਹੁਤ, ਕਿਉਂਕਿ ਮਨ ਹੀ ਦੇਤਾ ਨਾ, ਤੇ ਨਾਲੋਂ ਨਾਲ ਗਿਆਨ ਹੋ ਗਿਆ। ਇੱਕੋ ਵਾਰ ਹੀ ਸੁਣਿਆ, ਉਹਨਾਂ ਸਮਝ ਲਿਆ ਵੀ ਗੱਲ ਇਹ ਹੈ, ਗੁਰੂ ਦੇ ਵੇਦਾਂ ਕਹਿ ਰਹੇ ਮਨ ਦੇਤਾ। ਤੇ ਜਿਹੜੇ ਪ੍ਰੇਮ ਦੇ, ਸ਼ਰਧਾ ਦੇ, ਭਾਵਨਾ ਦੇ, ਭਗਤੀ ਦੇ ਮਾਰਗ ਤੇ ਚੱਲਦੇ ਹਨ ਨਾ, ਉਹ ਫਿਰ ਗੁਰੂ ਨੂੰ ਜਦੋਂ ਮਨ ਸਮਰਪਿਤ ਕਰ ਦਿੰਦੇ ਹਨ, ਫਿਰ ਗੁਰੂ ਦੀ ਅੱਖ ਦੁਆਰਾ ਦੇਖਦੇ ਹਨ। ਉਹ ਆਪਣੀਆਂ ਅੱਖਾਂ ਭੇਟ ਕਰ ਦਿੰਦੇ ਹਨ। ਕਹਿੰਦੇ ਸੀਸ ਭੇਟ ਕਰ ਦਿੱਤਾ। ਸੀਸ ਭੇਟ ਦਾ ਕੀ ਮਤਲਬ ਹੋਇਆ? ਵੀ ਅੱਖਾਂ ਵੀ ਨਾਲ ਹੀ ਹਨ, ਕੰਨ ਵੀ ਨਾਲ ਹੈ, ਜਿੰਨੇ ਵਾਸਤਵਿਕ ਇੰਦਰੇ ਹਨ ਉਹ ਸਿਰ ਦੇ ਵਿੱਚ ਹੀ ਹਨ, ਜੀਭ ਵੀ। ਹੁਣ ਜ਼ਬਾਨ ਵੀ ਗੁਰੂ ਨੂੰ ਭੇਟ ਕਰਤੀ, ਗੁਰੂ ਹੀ ਬੋਲੂਗਾ। ਕੰਨ ਵੀ ਗੁਰੂ ਨੂੰ ਭੇਟ ਕਰਤੇ, ਗੁਰੂ ਹੀ ਸੁਣੇਗਾ। ਤੇ ਅੱਖਾਂ ਵੀ ਗੁਰੂ ਨੂੰ ਭੇਟ ਕਰਤੀ, ਸਭ ਕੁਛ ਗੁਰੂ ਨੂੰ ਭੇਟ ਹੋ ਗਿਆ, ਗੁਰੂ ਹੀ ਦੇਖੂਗਾ। ਹੁਣ ਗੁਰੂ ਦੀ ਅੱਖਾਂ ਦੁਆਰਾ ਦੇਖੋਗੇ ਤੁਸੀਂ, ਤੇ ਗਿਆਨ ਹੋ ਹੀ ਗਿਆ ਨਾ। ਤੇ ਗਹਿਰੇ ਪ੍ਰੇਮ ਦੇ ਵਿੱਚ
ਜਦੋਂ ਕੋਈ ਹੁੰਦਾ ਹੈ ਨਾ, ਉਦੋਂ ਉਹ ਮਿਟ ਜਾਂਦਾ ਹੈ ਤੇ ਉਹਨੂੰ ਗਿਆਨ ਹੁੰਦਾ ਹੈ। ਇਹੋ ਹੀ ਫਰਕ ਹੈ। ਜਿਹੜਾ ਗਿਆਨ ਦੇ ਮਾਰਗ ਤੇ ਚੱਲਦਾ ਹੈ ਤੇ ਚੱਲਦਾ 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 ਜਦੋਂ ਉਹ ਮਿਟ ਜਾਂਦਾ ਹੈ, ਮੈਂ ਮਿਟ ਜਾਂਦੀ ਹੈ, ਉਦੋਂ ਉਹਨੂੰ ਗਿਆਨ ਹੁੰਦਾ ਹੈ ਤੇ ਨਾਲ ਦੀ ਨਾਲ ਪ੍ਰੇਮ ਮਿਲਦਾ ਹੈ। ਪ੍ਰੇਮ ਬਾਅਦ ਚ ਮਿਲਦਾ ਹੈ ਗਿਆਨੀ, ਗਿਆਨ ਪਹਿਲਾਂ ਹੁੰਦਾ। ਤੇ ਭਗਤੀ ਦੇ ਮਾਰਗ ਤੇ ਚੱਲਣ ਵਾਲੇ ਨੂੰ ਪ੍ਰੇਮ ਪਹਿਲਾਂ ਮਿਲਦਾ ਹੈ, ਪ੍ਰੇਮ ਦੁਆਰਾ ਹੀ ਚੱਲਦਾ ਹੈ। ਗਿਆਨੀ ਗਿਆਨ ਦੁਆਰਾ ਚੱਲਦਾ ਹੈ, ਪ੍ਰੇਮੀ ਪ੍ਰੇਮ ਦੁਆਰਾ ਚੱਲਦਾ ਹੈ। ਤੇ ਪ੍ਰੇਮ ਪਹਿਲਾਂ ਮਿਲਦਾ ਹੈ ਤੇ ਜਦੋਂ ਉਹ ਮਿਟ ਜਾਂਦਾ ਹੈ ਟੋਟਲੀ, ਫਿਰ ਉਦੋਂ ਉਹਨੂੰ ਗਿਆਨ ਵੀ ਉਪਲਬਧ ਹੋ ਜਾਂਦਾ। ਆਖਰਕਾਰ ਪਹੁੰਚ ਕੇ ਸਭ ਕੁਝ ਹੀ ਮਿਲ ਜਾਂਦਾ ਹੈ, ਗਿਆਨ, ਧਿਆਨ, ਪ੍ਰੇਮ। ਉੱਥੇ ਜਾ ਕੇ ਸਾਰੇ ਹੀ ਮਾਰਗ ਮਿਲ ਜਾਂਦੇ, ਉੱਥੇ ਸੰਪੂਰਨ ਹੋ ਜਾਂਦੀ ਹੈ ਯਾਤਰਾ। ਤੇ ਉੱਥੇ ਕੋਈ ਭੇਤ ਨਹੀਂ ਰਹਿੰਦਾ। ਪ੍ਰੇਮ ਤੇ ਗਿਆਨ ਤੇ ਧਿਆਨ ਇਹ ਲਹਿਦਾ ਨਹੀਂ ਰਹਿ ਜਾਂਦੇ। ਉੱਥੇ ਜਾ ਕੇ ਇੱਕੋ ਹੋ ਜਾਂਦਾ, ਤਰਵੇਣੀ ਇੱਕੋ ਹੋ ਜਾਂਦੀ, ਉੱਥੇ ਇੱਕ ਚ ਸਮਾ ਜਾਂਦੀ। ਤੇ ਤਿੰਨ ਰਸਤੇ ਤੇ ਮੂਲ ਹਨ, ਭਾਵੇਂ ਕੋਈ ਜੋਗੀ ਹੋਵੇ, ਭਾਵੇਂ ਕੋਈ ਗਿਆਨੀ ਹੋਵੇ, ਭਾਵੇਂ ਕੋਈ ਪ੍ਰੇਮੀ ਹੋਵੇ, ਕਿਸੇ ਮਾਰਗ ਥਾਣੀ ਵੀ ਗਿਆ, ਅਖੀਰ ਚ ਤੇ ਉਹਨੂੰ ਉਹ ਮਿਲ ਹੀ ਜਾਣਾ ਸਭ ਕੁਝ। ਹਾਂ, ਪਹਿਲਾਂ ਸ਼ੁਰੂਆਤ ਚ ਫਰਕ ਹੋਵੇਗਾ, ਇਹ ਗੱਲ ਖਿਆਲ ਵਿੱਚ ਰੱਖਣੀ ਹੈ। ਹੁਣ ਇਹੋ ਜਿਹੀਆਂ ਰਿਕਾਰਡਿੰਗਾਂ ਜਿਹੜੀਆਂ ਕੁਛ ਕੁ ਸਾਧਕਾਂ ਵਾਸਤੇ ਕੰਮ ਦੀਆਂ ਹਨ, ਜਿਹੜੇ ਗਿਆਨ ਦੇ ਮਾਰਗ ਤੇ ਚੱਲਣਗੇ, ਬਿਲਕੁਲ ਖੁਸ਼ਕ ਮਾਰਗ ਤੇ, ਜਿਨ੍ਹਾਂ ਅੰਦਰ ਬਿਲਕੁਲ ਪ੍ਰੇਮ ਨਹੀਂ ਹੈ, ਸ਼ਰਧਾ ਨਹੀਂ ਹੈ, ਬਿਲਕੁਲ ਕੋਰੇ ਹਨ ਪ੍ਰੇਮ ਤੇ ਸ਼ਰਧਾ ਤੋਂ, ਤੋ ਗਿਆਨ ਦੇ ਮਾਰਗ ਤੇ ਚੱਲਣਗੇ। ਪਰ ਇਹਦੇ ਤੇ ਭਟਕਣਾ ਬਹੁਤ ਹੋਵੇਗਾ, ਇਸ ਕਰਕੇ ਕੋਈ ਵਿਰਲਾ ਪਹੁੰਚਦਾ ਹੈ। ਕਿਉਂਕਿ ਬਹੁਤੇ ਜ਼ਿਆਦਾਤਰ ਧਾਰਮਿਕ ਲੋਕ, ਇਹ ਜੋ ਪਹਿਲਾ ਕਦਮ ਮੈਂ ਤੁਹਾਨੂੰ ਦੱਸਿਆ ਹੈ ਨਾ, ਜਾਣਕਾਰੀ ਦਾ, ਤੋ ਜਾਣਕਾਰੀ ਚ ਉਲਝ ਜਾਣਗੇ, ਉਹਨੂੰ ਹੀ ਗਿਆਨ ਸਮਝ ਲੈਣ। ਨੌਲੇਜ ਹੋ ਪ੍ਰਮਾਤਮਾ ਬਾਰੇ, ਸਭ ਕੁਛ ਪ੍ਰਮਾਤਮਾ ਬਾਰੇ ਜਾਣ ਲਿਆ, ਸਮਝ ਲਿਆ, ਵਿਚਾਰ ਲਿਆ, ਤਾਂ ਉਹਨੂੰ ਹੀ ਉਹ ਗਿਆਨ ਸਮਝਦੇ ਹਨ ਤੇ ਸਮਝ ਵੀ ਰਹੇ ਹਨ। ਕਈ ਉਹਨਾਂ ਨੂੰ ਭਰਮ ਵੀ ਹੈ। ਤੋ ਦੂਸਰੇ ਦੀ ਗੱਲ ਸੁਣਨਗੇ ਵੀ ਨਹੀਂ, ਕਹਿਣਗੇ ਅਸੀਂ ਜਾਣਿਆ ਹੀ ਹੈ, ਸਾਨੂੰ ਪਤਾ ਹੈ। ਤੋ ਨੌਲੇਜ ਨੂੰ ਹੀ ਗਿਆਨ ਜ਼ਿਆਦਾਤਰ ਲੋਕ ਸਮਝ ਰਹੇ ਹੈ, ਪਰ ਨੌਲੇਜ ਗਿਆਨ ਨਹੀਂ ਹੈ। ਜਿੰਨਾ ਚਿਰ ਜਾਣਿਆ ਨਹੀਂ, ਦੇਖਿਆ ਨਹੀਂ, ਜਿਵੇਂ ਮੈਂ ਕਿਹਾ ਹੈ, ਤਰਿਆ ਨਹੀਂ ਹੈ, ਜਿੰਨਾ ਚਿਰ ਸਾਗਰ ਤਰ ਕੇ ਹੀ ਪਤਾ ਲੱਗੂਗਾ। ਤੇ ਨੌਲੇਜ ਗੱਲ ਹੋਰ ਹੈ। ਤੇ ਬਹੁਤ ਸਾਰੇ ਧਾਰਮਿਕ ਲੋਕ ਇਸ ਨੌਲੇਜ ਦੇ ਵਿੱਚ ਹੀ ਉਲਝ ਜਾਂਦੇ ਹਨ। ਇਹ ਸਾਰਿਆਂ ਨੂੰ ਵੱਡੀ ਅਜੋਕੇ ਸਮੇਂ 'ਚ ਰੁਕਾਵਟ ਹੈ। ਭਗਤੀ ਭਾਵਨਾ ਵਾਲੇ ਵੀ ਜ਼ਿਆਦਾਤਰ ਲੋਕ, ਇਹ ਜਿਹੜੇ ਨੌਲੇਜ ਵਾਲੇ ਹਨ, ਇਹਨਾਂ ਦੀ ਗੱਲ ਮੰਨਦੇ ਹਨ, ਮੰਨ ਲੈਂਦੇ ਹਨ, ਕਿਉਂਕਿ ਉਹ ਸਮਝਾਉਣ ਦੇ ਵਿੱਚ ਚਤਰ ਹਨ। ਪ੍ਰਚਾਰਕ ਅਕਸਰ ਜ਼ਿਆਦਾ ਚਲਾਕ ਹੋ ਜਾਂਦੇ, ਤੋਂ ਭਗਤੀ ਭਾਵਨਾ ਵਾਲਿਆਂ ਨੂੰ ਤੋੜ ਦਿੰਦੇ ਹਨ। ਉਹਨਾਂ ਨੂੰ ਪਤਾ ਨਹੀਂ ਹੈ ਵੀ ਇਹਨਾਂ ਦਾ ਮਾਰਗ ਨਹੀਂ। ਇਸ ਕਰਕੇ ਕਦੇ ਵੀ ਦੂਸਰੇ ਨੂੰ ਉਪਦੇਸ਼ ਨਹੀਂ ਦੇਣਾ ਚਾਹੀਦਾ, ਕਿਉਂਕਿ ਤੁਹਾਨੂੰ ਨਹੀਂ ਪਤਾ ਅਗਲੇ ਦਾ ਮਾਰਗ ਕਿਹੜਾ ਹੋਵੇ। ਹੁਣ ਤੁਸੀਂ ਗਿਆਨ ਦੀਆਂ ਗੱਲਾਂ ਕਰੀ ਗਏ ਭਗਤੀ ਭਾਵਨਾ ਵਾਲੇ ਕੋ, ਤੇ ਉਹ ਗਿਆਨ ਦੀਆਂ ਗੱਲਾਂ 'ਚ ਉਲਝ ਗਿਆ, ਤੇ ਉਹਦਾ ਜੀਵਨ ਖਰਾਬ ਕਰ ਦਿੱਤਾ ਤੁਸੀਂ, ਕਿਉਂਕਿ ਉਹਨੂੰ ਸਮਝ ਵਿੱਚ ਤੇ ਕੁਝ ਨਹੀਂ ਆਉਣਾ, ਪਰ ਉਲਝ ਸਕਦਾ ਹੈ, ਕੋਈ ਉਲਝਾ ਸਕਦਾ ਹੈ।
ਭਗਤੀ ਭਾਵਨਾ ਵਾਲਿਆਂ ਨੂੰ ਗਿਆਨ ਦਾ ਕੋਈ ਲੈਣਾ ਦੇਣਾ ਨਹੀਂ, ਉਹਨਾਂ ਮਾਰਗ ਗਿਆਨ ਨਹੀਂ ਹੈ। ਇਹੋ ਹੀ ਕਾਰਨ ਹੈ, ਜਿਵੇਂ ਮੈਨੂੰ ਸੁਣਦੇ ਹਨ ਬਹੁਤ ਸਾਰੇ ਪ੍ਰੇਮੀ, ਅਕਸਰ ਮੈਂ ਕਹਿੰਦਾ ਹੁੰਨਾ ਵੀ ਜਿਹੜੇ ਭਗਤੀ ਭਾਵਨਾ ਵਾਲੇ ਹਨ ਉਹਨਾਂ ਨੂੰ ਵਿਚਾਰ ਕੇ ਸਮਝ ਕੇ ਸੁਣਨਾ ਜ਼ਰੂਰੀ ਨਹੀਂ ਹੈ, ਉਹ ਸਿਰਫ ਭਾਵਨਾ ਨਾਲ ਸੁਣੀ ਹੀ ਜਾਣ। ਅਗਰ ਕੋਈ ਭਾਵਨਾ ਨਾਲ ਸੁਣਦਾ ਰਿਹਾ ਨਾ, ਉਹਦਾ ਭਾਵ ਵਧੇਗਾ ਜੋ ਸੁਣ ਰਿਹਾ ਹੈ ਉਹਦੇ ਪ੍ਰਤੀ, ਤੇ ਜਿੰਨਾ ਤੁਹਾਡਾ ਭਾਵ ਵਧੇਗਾ ਨਾ, ਓਨਾ ਹੀ ਤੁਸੀਂ ਮਿਟਣ ਨੂੰ ਤਿਆਰ ਹੋਵੋਗੇ। ਤੇ ਗਹਿਰੀ ਭਾਵਨਾ ਦੇ ਵਿੱਚ ਕੋਈ ਮਿਟਣ ਨੂੰ ਤਿਆਰ ਹੋ ਜਾਂਦਾ ਤੇ ਮਿਟ ਗਿਆ ਤਾਂ ਉਹਨੂੰ ਵੀ ਉਹੀ ਗਿਆਨ ਮਿਲ ਜਾਣਾ ਹੈ, ਕਿਉਂਕਿ ਉਹ ਤੇ ਅੰਦਰ ਹੀ ਹੈ, ਤੁਹਾਡੇ ਬ੍ਰਹਮ ਗਿਆਨ ਅੰਦਰ ਹੈ, ਉਹ ਬਾਹਰੋਂ ਨਹੀਂ ਮਿਲਦਾ। ਤੋ ਤੁਹਾਡੇ ਅੰਦਰ ਹੀ ਹੈ, ਤੇ ਜਦੋਂ ਮਿਟ ਗਿਆ ਕੋਈ ਤੇ ਆਪੇ ਮਿਲ ਜਾਣਾ ਹੈ। ਬੀਜ ਮੰਤਰ ਸਭ ਕੋ ਗਿਆਨ ਕਿਹਾ ਹੈ ਨਾ, ਉਹ ਬੀਜ ਮੰਤਰ ਜਿਹੜਾ ਹੈ ਮੁੱਢਲਾ ਗਿਆਨ, ਉਹ ਤੁਹਾਡੇ ਕੋਲ, ਕਿਉਂਕਿ ਤੁਸੀਂ ਉੱਥੋਂ ਆਏ ਹੋ ਉਸ ਦਰਵਾਜ਼ੇ ਤੋਂ, ਉਸ ਦਰਵਾਜ਼ੇ ਦਾ ਗਿਆਨ ਹੈ ਹੀ ਤੁਹਾਨੂੰ ਸਾਰਿਆਂ ਨੂੰ ਹੀ। ਜਦੋਂ ਉੱਥੇ ਪਹੁੰਚੋਗੇ ਤੇ ਗਿਆਨ ਤੁਹਾਨੂੰ ਪਤਾ ਹੀ ਲੱਗ ਜਾਏਗਾ ਇਹੋ ਦਰਵਾਜ਼ਾ ਹੀ। ਤੋ ਵਾਸਤਵਿਕ ਗਿਆਨ ਅੰਦਰ ਹੈ, ਤੇ ਬਾਹਰੋਂ ਜਦੋਂ ਕੋਈ ਮਿਟ ਜਾਂਦਾ ਹੈ ਗਹਿਰੀ ਭਾਵ ਦੇ ਵਿੱਚ, ਆਪਣੇ ਆਪ ਨੂੰ ਛੱਡ ਦਿੰਦਾ ਹੈ, ਸਮਰਪਿਤ ਹੋ ਜਾਂਦਾ ਹੈ, ਤਾਂ ਉਹਨੂੰ ਵੀ ਉਹ ਗਿਆਨ ਮਿਲ ਜਾਂਦਾ। ਪਰ ਪਹਿਲ ਅਗਰ ਤੁਸੀਂ ਗਿਆਨ ਦੀਆਂ ਗੱਲਾਂ ਕਰਦੇ ਰਹੇ, ਉਹਨੂੰ ਵਿਚਾਰਕ ਬਣਾ ਸਕਦੇ ਹੋ, ਉਹ ਵਿਚਾਰਾਂ ਦੇ ਵਿੱਚ ਉਲਝ ਜਾਵੇਗਾ, ਸਮਝੇਗਾ ਤਾਂ ਕੁਝ ਨਹੀਂ, ਬਹੁਤਿਆਂ ਦੀ ਬੁੱਧੀ ਨਹੀਂ ਹੁੰਦੀ ਹੈ, ਸਮਝ ਨਹੀਂ ਹੁੰਦੀ ਹੈ। ਉਹ ਅਗਰ ਵਿਚਾਰਾਂ ਦੇ ਤਲ ਤੇ ਉਲਝ ਗਏ ਤੇ ਫਿਰ ਉਹ ਕਿਸੇ ਪਾਸੇ ਜੋਗੇ ਵੀ ਨਾ। ਪਰ ਜ਼ਿਆਦਾਤਰ ਸਮਝਦਾਰ ਉਲਝ ਰਹੇ ਹਨ, ਪੜ੍ਹੇ ਲਿਖੇ ਉਲਝ ਰਹੇ ਹਨ ਵਿਚਾਰਾਂ ਦੇ ਤਲ ਤੇ। ਵਿਚਾਰਾਂ ਦੇ ਤਲ ਤੇ ਉਲਝਣਾ ਬਹੁਤ ਸੁਖਾਲਾ ਹੈ। ਮਨ ਵੀ ਚਾਹੁੰਦਾ ਹੈ ਅਗਰ ਸੁਖਾਲਾ ਗਿਆਨ ਮਿਲ ਜਾਵੇ ਸਮਝ ਕੇ ਤੇ ਮਜ਼ਾ ਆ ਜਾਵੇ। ਜ਼ਰੂਰੀ ਸਾਧਨਾ ਕਰਨੀ ਹੈ, ਧਿਆਨ ਲਾਉਣਾ ਹੈ। ਧਿਆਨ ਲਾਉਣਾ ਕਠਿਨ ਹੈ, ਬਾਹਰੋਂ ਪੜ੍ਹ ਸੁਣ ਕੇ ਸਮਝ ਲੈਣਾ ਤੇ ਬੜਾ ਸੁਖਾਲਾ ਹੈ। ਅਜੋਕੇ ਸਮੇਂ 'ਚ ਸਾਰੀ ਨੌਲੇਜ ਮਿਲ ਰਹੀ ਤੇ ਸਮਝ ਲਓ ਗਿਆਨ ਹੋ ਗਈ। ਪਰ ਇਹ ਬਾਹਰਲਾ ਗਿਆਨ ਨਹੀਂ ਹੈ। ਤੇ ਧਿਆਨ ਦੇ ਵਿੱਚ ਉਤਰਨਾ ਪਵੇਗਾ। ਇਸ ਗਿਆਨ ਦੁਆਰਾ, ਇਸ ਬਾਹਰਲੇ ਨੌਲੇਜ ਦੁਆਰਾ ਤੁਸੀਂ ਸਮਝ ਸਕਦੇ ਹੋ, ਚੱਲਣ ਵਾਸਤੇ ਸਮਝ ਸਕਦੇ ਹੋ। ਚੱਲਣਾ ਕਿਵੇਂ, ਕਿੱਦਾਂ ਚੱਲਣਾ ਹੈ, ਉਹ ਤੁਸੀਂ ਸਮਝ ਸਕਦੇ ਹੋ, ਪਰ ਚੱਲਣਾ ਪਵੇਗਾ। ਚੱਲ ਕੇ ਹੀ ਸਮਝੋਗੇ। ਤੇ ਆਪਣੀ ਅੱਖ, ਆਪਣਾ ਗਿਆਨ, ਆਪਣੀ ਨੌਲੇਜ ਸੰਸਾਰ ਨੂੰ ਛੁੱਟਣ ਵਾਸਤੇ ਕੰਮ ਆਵੇਗੀ। ਤੁਹਾਡੀ ਅੱਖ ਹੀ ਆ ਕੰਮ ਆਵੇਗੀ, ਕਿਉਂਕਿ ਤੁਹਾਡੇ ਨੂੰ ਪ੍ਰੇਮ ਤੇ ਸ਼ਰਧਾ ਤੇ ਹੈ ਨਹੀਂ। ਦੂਸਰੇ ਦੀ ਉਂਗਲ ਤੁਸੀਂ ਫੜ ਨਹੀਂ ਸਕਦੇ ਹੋ। ਤੁਸੀਂ ਕਹਿੰਦੇ ਹੋ ਨਹੀਂ, ਅਸੀਂ ਆਪਣੇ ਆਪ ਖੁਦ ਚੱਲਾਂਗੇ, ਅਸੀਂ ਚੱਲ ਕੇ ਦਿਖਾਵਾਂਗੇ ਦੁਨੀਆ ਨੂੰ ਵੀ ਅਸੀਂ ਵੀ ਚੱਲ ਸਕਦੇ ਹਾਂ। ਤੇ ਜਿਹੜਾ ਐਸਾ ਸੋਚਦਾ ਹੈ, ਇਕੱਲਾ ਚੱਲਣ ਨੂੰ ਤਿਆਰ ਹੈ, ਤੁਹਾਨੂੰ ਫਿਰ ਆਪਣੀ ਅੱਖ ਹੀ ਚਾਹੀਦੀ ਹੈ ਨਾ। ਤੇ ਜਿਹੜਾ ਕਿਸੇ ਦੇ ਸੰਗ ਸਾਥ ਆਉਣ ਨੂੰ ਤਿਆਰ ਹੈ, ਵਿਨਮਰ ਹੈ, ਕਹਿੰਦਾ ਹੈ ਨਹੀਂ ਜੀ ਮੈਂ ਨਹੀਂ ਚੱਲ ਸਕਦਾ, ਵਿਨਮਰ ਤੇ ਉਹੀ ਹੋਵੇਗਾ ਨਾ, ਕਹੇਗਾ ਨਹੀਂ ਜੀ ਮੈਂ ਨਹੀਂ ਚੱਲ ਸਕਦਾ, ਮੈਨੂੰ ਕਿੱਥੇ ਸਮਝ, ਮੈਨੂੰ ਤੇ ਅਕਲ ਨਹੀਂ, ਸਮਝ ਨਹੀਂ, ਤੁਸੀਂ ਚਲਾਓ। ਤੋ ਉਂਗਲ ਫੜ ਲੈਂਦਾ। ਉਂਗਲ ਜ਼ਬਰਦਸਤੀ ਥੋੜ੍ਹੀ ਫੜਾਈ ਜਾ ਸਕਦੀ, ਕੋਈ ਫੜ ਸਕਦਾ ਤੇ ਫੜ ਕੇ ਉਹ ਨਾਲ ਚੱਲ ਸਕਦਾ ਹੈ। ਇਹ ਸ਼ਬਦ ਦਾ ਇਹੋ ਹੀ ਅਰਥ ਹੈ, ਗਿਆਨ ਅੰਜਨ ਗੁਰ ਦੀ। ਉਹਦੀ ਅੱਖ ਥਾਣੀ ਦੇਖਦਾ ਹੈ। ਫਿਰ ਜਿਸ ਤਰ੍ਹਾਂ ਆਪਾਂ ਕਹਿ ਲਈਏ ਵੀ ਬਹੁਤ ਗਹਿਰਾ ਪ੍ਰੇਮ ਹੋਵੇ, ਤੇ ਪ੍ਰੇਮ ਦੇ ਵਿੱਚ ਦੋ ਇੱਕ ਹੋਣਾ ਸ਼ੁਰੂ ਹੋ ਜਾਂਦੇ, ਤੇ ਦੋ ਇੱਕ ਹੋ ਗਏ ਤੇ ਇੱਕ ਅੱਖਾਂ ਥਾਣੀ ਦੇਖ ਸਕਦੇ ਹਨ। ਚਾਰ ਅੱਖਾਂ ਦੀ ਲੋੜ ਨਹੀਂ ਹੈ, ਦੋ ਥਾਣੀ ਦੇਖ ਸਕਦੇ।
ਤੇ ਪ੍ਰੇਮ ਦਾ ਤੇ ਸ਼ਰਧਾ ਦਾ, ਭਗਤੀ ਦਾ ਮਾਰਗ ਜਿਹੜਾ ਹੈ ਨਾ, ਇਹ ਹੈ ਤੇ ਸਿਖਾਲਾ, ਪਰ ਇਹ ਤੇ ਸਮਰਪਣ ਕਰਨਾ ਬਹੁਤ ਔਖਾ ਹੈ। ਚੱਲਣ ਵਾਸਤੇ ਤਿਆਰ ਹੋਣਾ, ਸਾਹਸ ਜਟਾਉਣਾ ਬਹੁਤ ਔਖਾ। ਅਣਜਾਣ ਅਗਿਆਤ ਮਾਰਗ ਹੈ, ਪਤਾ ਨਹੀਂ ਕੋਈ ਕਿੱਧਰ ਨੂੰ ਲੈ ਜਾ, ਤੇ ਬਹੁਤ ਜ਼ਿਆਦਾ ਭਰੋਸਾ ਚਾਹੀਦਾ, ਸ਼ਰਧਾ ਚਾਹੀਦਾ। ਇਸ ਕਰਕੇ ਸ਼ਰਧਾ ਦਾ ਮੁੱਲ, ਤੇ ਗਿਆਨ ਦੇ ਮਾਰਗ ਦੀ ਤੇ ਕੋਈ ਸ਼ਰਧਾ ਦੀ ਲੋੜ ਨਹੀਂ, ਉੱਥੇ ਖੁਦ ਚੱਲਣਾ ਹੈ। ਪਰ ਫਿਰ ਵੀ ਖਿਆਲ ਰੱਖਿਓ, ਪੁਰਾਣੇ ਸ਼ਾਸਤਰਾਂ ਦੇ ਵਿੱਚ ਤੁਹਾਨੂੰ ਗਿਆਨ ਨਹੀਂ ਮਿਲੇਗਾ। ਪੁਰਾਣੀਆਂ ਰਿਕਾਰਡਿੰਗਾਂ ਸੁਣ ਕੇ ਜਿਹੜੇ ਗਏ ਹਨ, ਬੀਤ ਚੁੱਕਾ ਹੈ ਸਮਾਂ, ਸਰੀਰ ਕਰਕੇ ਨਹੀਂ ਹਨ, ਉਹਨਾਂ ਨੂੰ ਸੁਣ ਕੇ ਪੜ੍ਹ ਕੇ ਫਿਰ ਵੀ ਤੁਸੀਂ ਨਹੀਂ ਚੱਲ ਸਕਦੇ, ਕਿਉਂਕਿ ਅਗਰ ਕੋਈ ਸਾਹਮਣੇ ਹੋਵੇਗਾ ਤੇ ਤੁਹਾਨੂੰ ਸੁਚੇਤ ਕਰਦਾ ਰਹੇਗਾ। ਜਿਵੇਂ ਆਹ ਰਿਕਾਰਡਿੰਗ ਪਾਈ ਹੈ, ਮੈਂ ਤੁਹਾਨੂੰ ਸੁਚੇਤ ਕੀਤਾ ਹੈ ਵੀ ਜ਼ਿਆਦਾ ਰਿਕਾਰਡਿੰਗਾਂ ਸੁਣਨ ਵਿੱਚ ਨਾ ਪਿਓ। ਅਗਰ ਤੁਸੀਂ ਜ਼ਿਆਦਾ ਸੁਣਨ ਪੜ੍ਹਨ ਵਿੱਚ ਪੈ ਗਏ, ਫਿਰ ਤੁਸੀਂ ਉਲਝ ਜਾਓਗੇ, ਪੰਡਿਤ ਬਣ ਜਾਓਗੇ, ਗਿਆਨੀ ਬਣ ਜਾਓਗੇ, ਵਿਚਾਰਕ ਬਣ ਜਾਓਗੇ। ਸਮਝ ਤੇ ਆ ਜਾਵੇਗੀ ਤੁਹਾਨੂੰ, ਅਗਰ ਪੜ੍ਹੀ ਗਏ ਸੁਣੀ ਗਏ, ਦੋਨੋਂ ਹੀ ਗਿਆਨ ਸਮਝ ਲਓਗੇ, ਭਟਕ ਜਾਓਗੇ। ਇਹ ਗੱਲ ਖਿਆਲ ਵਿੱਚ ਰੱਖਿਓ, ਓਨਾ ਕੀ ਪੜ੍ਹੋ, ਓਨਾ ਕੀ ਸੁਣੋ, ਜ਼ਿਆਦਾ ਸਮਝੋ ਤੇ ਅਮਲ ਦੇ ਵਿੱਚ ਲਿਆਓ। ਤੇ ਅਮਲ ਦੇ ਵਿੱਚ ਅਗਰ ਤੁਹਾਡਾ ਗਿਆਨ ਹੀ ਮਾਰਗ ਹੈ ਤੇ ਅਮਲ ਦੇ ਵਿੱਚ ਲਿਆਓ। ਬਾਹਰੋਂ ਧਿਆਨ ਹਟਾਓ, ਆਪਣੇ ਅੰਦਰ ਜਾਓ, ਅੰਦਰ ਖੋਜੋ, ਅੰਦਰ ਗਿਆਨ ਹੈ। ਬਾਹਰ ਦਾ ਜੋ ਉਪਦੇਸ਼ ਹੈ ਨਾ, ਉਹ ਅੰਦਰ ਜਾਣ ਵਾਸਤੇ ਕਹਿੰਦਾ ਹੈ। ਬਾਹਰ ਦਾ ਗਿਆਨ ਤੁਹਾਨੂੰ ਅੰਦਰ ਭੇਜਦਾ ਹੈ। ਬਾਹਰ ਦੀ ਨੌਲੇਜ ਹੈ ਕਹਿ ਰਹੀ ਅੰਦਰ ਭੇਜਦੀ। ਤਰਨ ਦੀ ਨੌਲੇਜ ਤੁਹਾਨੂੰ ਸਾਗਰ ਕੋਲ ਭੇਜੇ ਤਾਂ ਹੀ ਨੌਲੇਜ ਹੈ ਨਾ। ਔਰ ਨੌਲੇਜ ਸਾਗਰ ਕੋਲ ਭੇਜੇ ਹੀ ਨਾ, ਤੁਸੀਂ ਡਰੀ ਜਾਓ, ਸਾਗਰ ਕੋਲ ਜਾਣਾ ਹੀ ਨਹੀਂ, ਨਦੀ ਕੋਲ ਜਾਣਾ ਹੀ ਨਹੀਂ, ਤਰਨਾ ਹੀ ਨਹੀਂ, ਤੋ ਉਹ ਤੇ ਵਿਅਰਥ ਹੋ ਗਈ ਨਾ ਨੌਲੇਜ, ਜਿਹੜੀ ਸਾਗਰ ਕੋਲ ਹੀ ਨਹੀਂ ਭੇਜ ਰਹੀ। ਜਿਹੜੀ ਸਾਗਰ ਕੋਲ ਭੇਜੇ, ਤੁਸੀਂ ਆਪ ਜਾਓ, ਨੌਲੇਜ ਵੀ ਪੜ੍ਹ ਲਿਆ, ਹੁਣ ਤਰਨ ਬਾਰੇ ਹੁਣ ਤਰ ਕੇ ਵੀ ਦੇਖੀ, ਕਿਤੇ ਉਹੀ ਤੇ ਨਹੀਂ ਲਿਖਿਆ ਵੀ ਜਿਸ ਢੰਗ ਨਾਲ ਲਿਖਿਆ ਹੈ ਉਹਦਾ ਤਰ ਕੇ ਦੇਖੀ, ਤਾਂ ਹੀ ਸਾਰਥਕ ਹੋਊਗਾ ਨਾ। ਤੁਸੀਂ ਤਰ ਕੇ ਦੇਖੋਗੇ ਵੀ ਵਾਕਿਆ ਠੀਕ ਕਿਹਾ ਹੈ ਬੰਦੇ, ਤੇ ਤਰ ਕੇ ਹੀ ਤੁਹਾਨੂੰ ਪਤਾ ਲੱਗੇਗਾ। ਖਿਆਲ ਵਿੱਚ ਰੱਖੋ, ਤਰਨਾ ਜ਼ਰੂਰੀ ਹੈ, ਤੇ ਸਿਰਫ ਨੌਲੇਜ ਹਾਸਲ ਨਹੀਂ ਕਰਨੀ, ਇਹ ਗੱਲ ਖਿਆਲ ਵਿੱਚ ਰੱਖੋ। ਤੇ ਜਿਹੜਾ ਤਰਨ ਨੂੰ ਤਿਆਰ ਹੈ, ਤਰਦਾ ਹੈ ਨਾ, ਤਰ ਕੇ ਦੇਖ ਲੈਂਦਾ ਹੈ, ਉਹਨੂੰ ਹੀ ਵਾਸਤਵਿਕ ਦੇ ਵਿੱਚ ਫਿਰ ਗਿਆਨ ਹੁੰਦਾ ਹੈ, ਬ੍ਰਹਮ ਗਿਆਨ।